Hello students, myself Jitinder Singh, Science Master, Government Senior Secondary School Karamgarh District Barnala। ਅੱਜ ਆਪਾਂ ਚੈਪਟਰ ਨੰਬਰ 14 7th ਕਲਾਸ ਦੇ ਚੈਪਟਰ ਨੰਬਰ 14 ਇਲੈਕਟ੍ਰਿਕ ਕਰੰਟ ਐਂਡ ਇਟਸ ਇਫੈਕਟਸ ਬਾਰੇ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਕੀ ਹੈ ਡਾਇਗਰਾਮ ਦੇਖੋ, ਆਪਾਂ 6th ਕਲਾਸ ਵਿੱਚ ਵੀ ਪੜ੍ਹਿਆ ਹੈ। ਲੁੱਕ ਐਟ ਦਿਸ ਡਾਇਗਰਾਮ। ਤਾਂ ਇਸ ਡਾਇਗਰਾਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਸਰਕਟ ਬਣਾਇਆ ਗਿਆ ਹੈ। ਹੇਅਰ ਇਜ਼ ਐਨ ਇਲੈਕਟ੍ਰਿਕ ਸਰਕਟ। ਇਹ ਸੈੱਲ ਯੂਜ਼ ਕੀਤਾ ਗਿਆ ਹੈ। ਦਿਸ ਇਜ਼ ਅ ਕੀ, ਇਸ ਕੀ ਯੂਜ਼ ਕੀਤੀ ਹੈ, ਇਲੈਕਟ੍ਰਿਕ ਬਲਬ ਯੂਜ਼ ਕੀਤਾ ਹੈ। ਤਾਂ ਜੇਕਰ ਅਸੀਂ ਇਸ ਸਰਕਟ ਨੂੰ ਪਿਕਚਰ ਦੇ ਵਿੱਚ ਆਪਣੀ ਕਾਪੀ ਦੇ ਵਿੱਚ ਬਣਾਉਣਾ ਹੈ ਤਾਂ ਇਟਸ ਵੈਰੀ ਡਿਫੀਕਲਟ ਟੂ ਮੇਕ ਇਟ। ਸਾਨੂੰ ਇਸ ਨੂੰ ਉੱਤੇ ਬਣਾਉਣਾ ਕਿ ਕਾਫੀ ਡਿਫੀਕਲਟ ਹੋਵੇਗਾ। ਤਾਂ ਕੀ ਕੋਈ ਈਜ਼ੀ ਵੇ ਨਹੀਂ ਹੈਗਾ ਵੀ ਅਸੀਂ ਇਸ ਸੈੱਲ ਨੂੰ ਇਸ ਤਰ੍ਹਾਂ ਡਰਾਇੰਗ ਦੀ ਤਰ੍ਹਾਂ ਬਣਾਉਣ ਦੀ ਬਜਾਏ ਕਿਸੇ ਸਿੰਬਲਸ ਦੇ ਵਿੱਚ ਯੂਜ਼ ਕਰ ਸਕੀਏ, ਇਸ ਤਰ੍ਹਾਂ ਇਲੈਕਟ੍ਰਿਕ ਸਵਿਚ ਤੇ ਇਲੈਕਟ੍ਰਿਕ ਬਲਬ ਨੂੰ। ਜੇ ਅਸੀਂ ਕਿਤੇ ਬੁੱਕ ਤੇ ਬਣਾਉਣੇ ਆ ਜਾਂ ਹਾਇਰ ਕਲਾਸਿਸ ਦੇ ਵਿੱਚ ਜਾਂਦੇ ਆ ਤਾਂ ਇਹਦੇ ਲਈ ਕੁਝ ਸਿੰਬਲਸ ਯੂਜ਼ ਕੀਤੇ ਜਾਂਦੇ ਨੇ। ਇੱਕ ਬੜਾ ਹੀ ਈਜ਼ੀਅਰ ਵੇ ਹੈ ਇਸ ਨੂੰ ਰਿਪਰੈਜ਼ੈਂਟ ਕਰਨ ਦਾ ਬਾਈ ਯੂਜ਼ਿੰਗ ਸਿੰਬਲਸ। ਸਿੰਬਲਸ ਮੀਨਜ਼ ਚਿੰਨ। ਆ ਦੇਖੋ, ਇਹਨਾਂ ਅਸੀਂ ਕੰਪੋਨੈਂਟਸ ਦੀ ਜਗ੍ਹਾ ਤੇ ਸਿੰਬਲ ਯੂਜ਼ ਕਰਾਂਗੇ। ਆਜੋ ਦੇਖਦੇ ਹਾਂ ਸਿੰਬਲਸ ਕਿਹੜੇ ਕਿਹੜੇ ਨੇ ਜਿਹੜੇ ਅਸੀਂ ਇਲੈਕਟ੍ਰਿਕ ਕੰਪੋਨੈਂਟਸ ਲਈ ਯੂਜ਼ ਕਰਦੇ ਹਾਂ। ਫਸਟ ਆਫ ਆਲ ਦੇਖੋ, ਸਾਨੂੰ ਕੁਝ ਇਲੈਕਟ੍ਰਿਕ ਕੰਪੋਨੈਂਟਸ ਦਿੱਤੇ ਨੇ। ਜਿਸ ਤਰ੍ਹਾਂ ਇਲੈਕਟ੍ਰਿਕ ਸੈੱਲ ਦਿੱਤਾ ਹੈ ਤਾਂ ਇਹਦਾ ਜੋ ਸਿੰਬਲ ਹੈ ਇਲੈਕਟ੍ਰਿਕ ਸੈੱਲ ਦਾ ਅਸੀਂ ਸਰਕਟ ਤੇ ਵੀ ਯੂਜ਼ ਕਰਾਂਗੇ। ਵੀ ਯੂਜ਼ ਦਿਸ ਸਿੰਬਲ। ਹੁਣ ਇਸ ਸਿੰਬਲ ਦੇ ਵਿੱਚ ਦੇਖੋ 2 ਤੁਹਾਨੂੰ ਪਲੇਟਸ ਦਿੱਤੀਆਂ ਨੇ। ਤਾਂ ਇੱਕ ਲੌਂਗਰ ਹੈ, ਇੱਕ ਕੀ ਹੈ ਸ਼ਾਰਟਰ ਹੈ। ਜਿਹਦੀ ਦੋ ਲਾਈਨਸ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ, ਇੱਕ ਲੌਂਗਰ ਲਾਈਨ ਹੈ, ਇੱਕ ਸ਼ਾਰਟ ਲਾਈਨ ਹੈ। ਜਿਹੜੀ ਲੌਂਗਰ ਲਾਈਨ ਆ ਉਹ ਪੋਜ਼ਿਟਿਵ ਪਲੇਟ ਹੁੰਦੀ ਹੈ ਤੇ ਜਿਹੜੀ ਸ਼ਾਰਟਰ ਲਾਈਨ ਹੈ ਦੈਟ ਇਜ਼ ਅ ਨੈਗੇਟਿਵ ਟਰਮੀਨਲ ਆਫ ਦਾ ਸੈੱਲ। ਸਾਨੂੰ ਪਤਾ ਹੈ ਕਿ ਸੈੱਲ ਦੇ ਦੋ ਟਰਮੀਨਲ ਹੁੰਦੇ ਨੇ, ਇੱਕ ਪੋਜ਼ਿਟਿਵ ਟਰਮੀਨਲ, ਇੱਕ ਨੈਗੇਟਿਵ ਟਰਮੀਨਲ। ਤਾਂ ਜਿਹੜਾ ਲੌਂਗਰ ਲਾਈਨ ਜਿਹੜੀ ਰਿਪਰੈਜ਼ੈਂਟ ਕਰ ਰਹੀ ਹੈ ਇਟ ਲੌਂਗਰ ਲਾਈਨ ਰਿਪਰੈਜ਼ੈਂਟਸ ਦਾ ਪੋਜ਼ਿਟਿਵ ਟਰਮੀਨਲ ਐਂਡ ਦਾ ਸ਼ਾਰਟਰ ਐਂਡ ਥਿਕ ਲਾਈਨ ਰਿਪਰੈਜ਼ੈਂਟਸ ਦਾ ਨੈਗੇਟਿਵ ਟਰਮੀਨਲ ਆਫ ਦਾ ਸੈੱਲ। ਨਾ ਹੁਣ ਆਪਾਂ ਆਉਣੇ ਆ ਅਗਲਾ ਇਲੈਕਟ੍ਰਿਕ ਕੰਪੋਨੈਂਟ ਦੈਟ ਇਜ਼ ਇਲੈਕਟ੍ਰਿਕ ਬਲਬ। ਇਲੈਕਟ੍ਰਿਕ ਬਲਬ ਦਾ ਸਿੰਬਲ ਇਹ ਦਿੱਤਾ ਗਿਆ, ਅਸੀਂ ਇਹ ਯੂਜ਼ ਕਰਾਂਗੇ। ਇਸ ਤੋਂ ਬਾਅਦ ਆ ਗਈ ਸਾਡੇ ਕੋਲੇ ਜੀ ਸਵਿਚ। ਸਵਿਚ ਦੇ ਵਿੱਚ ਸਾਡੇ ਕੋਲੇ ਦੋ ਪੋਜੀਸ਼ਨਾਂ ਨੇ, ਇੱਕ ਸਵਿਚ ਔਨ ਪੋਜੀਸ਼ਨ ਦੇ ਵਿੱਚ ਹੁੰਦੀ ਹੈ, ਇੱਕ ਆਫ ਪੋਜੀਸ਼ਨ ਦੇ ਵਿੱਚ ਹੁੰਦੀ ਹੈ। ਤਾਂ ਇਹ ਸਵਿਚ ਦੀ ਦਿਖਾਈ ਗਈ ਹੈ ਸਾਨੂੰ ਕੰਪੋਨੈਂਟ। ਤਾਂ ਇਹਦੇ ਜਿਹੜੇ ਸਿੰਬਲਸ ਨੇ ਉਹ ਦੇਖਣੇ ਆ ਤੁਸੀਂ ਧਿਆਨ ਨਾਲ ਕਿਹੜੇ ਕਿਹੜੇ ਨੇ। ਇਹ ਵਾਲਾ ਸਿੰਬਲ ਹੈ ਜੋ ਇਹ ਸਿੰਬਲ ਹੈ ਜਦੋਂ ਸਵਿਚ ਕਿਹੜੀ ਆ ਔਨ ਪੋਜੀਸ਼ਨ ਦੇ ਵਿੱਚ ਹੁੰਦੀ ਹੈ, ਵਰਕਿੰਗ ਪੋਜੀਸ਼ਨ ਦੇ ਵਿੱਚ ਹੁੰਦੀ ਹੈ। ਤਾਂ ਇਹ ਸਿੰਬਲ ਹੈ ਦੇਖੋ ਵਾਇਰਸ ਕਨੈਕਟ ਕੀਤੀਆਂ ਨੇ। ਤਾਂ ਇਹ ਵਾਲਾ ਜੋ ਸਿੰਬਲ ਹੈ ਇਹ ਜਦੋਂ ਸਵਿਚ ਕੀ ਹੈ ਆਫ ਪੋਜੀਸ਼ਨ ਦੇ ਵਿੱਚ ਹੁੰਦੀ ਹੈ, ਮੀਨਜ਼ ਇਹ ਵਰਕ ਨਹੀਂ ਕਰ ਰਹੀ ਹੁੰਦੀ। ਹੁਣ ਨੈਕਸਟ ਆ ਜੀ ਆਪਣੇ ਕੋਲੇ ਆਪਾਂ ਸਿੰਬਲ ਕਰ ਰਹੇ ਹਾਂ ਇਲੈਕਟ੍ਰਿਕ ਬੈਟਰੀ ਦਾ। ਇਹ ਬੈਟਰੀ ਦਿਖਾਈ ਗਈ ਹੈ ਵੈਨ 2 or more cells combine ਇਟ ਬਿਕਮਸ ਅ ਬੈਟਰੀ। ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਸੈੱਲ ਆਪਸ ਵਿੱਚ ਜੁੜ ਜਾਂਦੇ ਨੇ ਤਾਂ ਉਹ ਇੱਕ ਬੈਟਰੀ ਬਣ ਜਾਂਦੀ ਹੈ। ਤਾਂ ਇਹ ਵਾਲਾ ਜੋ ਸਿੰਬਲ ਹੈ ਇਹ ਬੈਟਰੀ ਦਾ ਸਿੰਬਲ ਹੈ। ਇਸ ਸਿੰਬਲ ਦੇ ਵਿੱਚ ਦੇਖੋ ਕਿ ਤੁਸੀਂ ਕੀ ਕਰਨਾ, ਪਹਿਲਾਂ ਪੋਜ਼ਿਟਿਵ ਪਲੇਟ, ਫਿਰ ਨੈਗੇਟਿਵ, ਫਿਰ ਪੋਜ਼ਿਟਿਵ, ਫਿਰ ਨੈਗੇਟਿਵ। ਤੇ ਉਸ ਤੋਂ ਬਾਅਦ ਥਰਡ ਹੈ ਜੀ ਸਾਡੇ ਕੋਲੇ ਵਾਇਰ। ਜੋ ਸਿੰਪਲ ਅਸੀਂ ਵਾਇਰ ਯੂਜ਼ ਕਰਦੇ ਹਾਂ ਸਰਕਟ ਦੇ ਵਿੱਚ, ਤਾਂ ਵਾਇਰ ਨੂੰ ਅਸੀਂ ਸਿੱਧੀ ਇੱਕ ਲਾਈਨ ਨਾਲ ਹੀ ਰਿਪਰੈਜ਼ੈਂਟ ਕਰਦੇ ਹਾਂ। ਤਾਂ ਇਹ ਸੀਗੇ ਸਿੰਬਲਸ। ਤੁਸੀਂ ਇਹਨਾਂ ਸਾਰੇ ਸਿੰਬਲਸ ਨੂੰ ਚੰਗੀ ਤਰ੍ਹਾਂ ਲਰਨ ਕਰਨਾ ਹੈ। ਦੀਜ਼ ਆਰ ਵੈਰੀ ਇੰਪੋਰਟੈਂਟ ਇਨ ਹਾਇਰ ਕਲਾਸਿਸ ਆਲਸੋ। ਤਾਂ ਇਹ ਤੁਸੀਂ ਲਰਨ ਕਰ ਰਹੇ ਨੇ ਹੈ। ਹੁਣ ਅਸੀਂ ਗੱਲ ਕਰਦੇ ਹਾਂ ਵੀ ਬੈਟਰੀ ਕਿਸ ਤਰ੍ਹਾਂ ਬਣਦੀ ਹੈ। ਐਕਚੁਅਲੀ ਜੋ ਬੈਟਰੀ ਹੈ ਇਹ ਦੇਖੋ ਸੈੱਲਸ ਨੂੰ ਜਦੋਂ ਅਸੀਂ ਕਨੈਕਟ ਕਰਦੇ ਹਾਂ ਗਰੁੱਪਸ ਦੇ ਵਿੱਚ 2 or more ਸੈੱਲਸ ਨੂੰ ਅਸੀਂ ਕਨੈਕਟ ਕਰਦੇ ਹਾਂ ਤਾਂ ਬੈਟਰੀ ਬਣ ਜਾਂਦੀ ਹੈ। ਤਾਂ ਕਨੈਕਟ ਕਰਨ ਸਮੇਂ ਇੱਕ ਬੜਾ ਧਿਆਨ ਰੱਖਣਾ ਤੁਸੀਂ ਵੀ ਸੈੱਲ ਦਾ ਪੋਜ਼ਿਟਿਵ ਟਰਮੀਨਲ ਦੂਸਰੇ ਸੈੱਲ ਦੇ ਨੈਗੇਟਿਵ ਟਰਮੀਨਲ ਨਾਲ ਕਨੈਕਟ ਹੋਣਾ ਚਾਹੀਦਾ। ਜਿਸ ਤਰ੍ਹਾਂ ਇਹ ਦੇਖੋ ਦਿਖਾ ਗਿਆ ਪੋਜ਼ਿਟਿਵ ਨੈਗੇਟਿਵ ਪੋਜ਼ਿਟਿਵ ਨੈਗੇਟਿਵ ਪੋਜ਼ਿਟਿਵ ਨੈਗੇਟਿਵ ਪੋਜ਼ਿਟਿਵ ਨੈਗੇਟਿਵ। ਤਾਂ ਤੁਸੀਂ ਇਸ ਵੇ ਨਾਲ ਕਨੈਕਟ ਕਰਨਾ ਹੈ। ਪੋਜ਼ਿਟਿਵ ਨੂੰ ਪੋਜ਼ਿਟਿਵ ਨਾਲ ਕਨੈਕਟ ਨਹੀਂ ਕਰਨਾ ਤਾਂ ਬੈਟਰੀ ਵਰਕ ਨਹੀਂ ਕਰੇਗੀ। ਜਦੋਂ ਵੀ ਕਦੇ ਅਸੀਂ ਬੈਟਰੀ ਬਣਾਉਂਦੇ ਹਾਂ ਤਾਂ ਹਮੇਸ਼ਾ ਇੱਕ ਸੈੱਲ ਦਾ ਜਿਹੜਾ ਪੋਜ਼ਿਟਿਵ ਟਰਮੀਨਲ ਹੈ ਦੂਜੇ ਸੈੱਲ ਦੇ ਨੈਗੇਟਿਵ ਟਰਮੀਨਲ ਕਨੈਕਟ ਕਰਦੇ ਹਾਂ। ਆਈ ਹੋਪ ਯੂ ਵਿਲ ਅੰਡਰਸਟੈਂਡ। ਨਾਓ ਕਮ ਟੂ ਦਾ ਨੈਕਸਟ ਟੌਪਿਕ। ਇਸ ਟੌਪਿਕ ਦੇ ਵਿੱਚ ਦੇਖੋ ਵੀ ਕੁਝ ਬੈਟਰੀਜ਼ ਦਿਖਾਈਆਂ ਗਈਆਂ ਨੇ। ਇਹ ਅਸੀਂ ਕੁਝ ਸਟ੍ਰਿਪਸ ਦੁਆਰਾ ਬਣਾਈ ਗਈ ਹੈ ਇਲੈਕਟ੍ਰਿਕ ਬੈਟਰੀ ਰਬੜ ਬੈਂਡ ਯੂਜ਼ ਕਰਕੇ। ਮਾਰਕੀਟ ਵਿੱਚ ਅਵੇਲੇਬਲ ਬੈਟਰੀ ਹੁੰਦੀਆਂ ਨੇ ਜੋ ਸਾਨੂੰ ਅਸੀਂ ਅਕਸਰ ਦੇਖਦੇ ਹਾਂ ਮਿਲ ਜਾਂਦੀਆਂ ਨੇ। ਤੇ ਉਸ ਤੋਂ ਬਾਅਦ ਇਹ ਬੈਟਰੀਜ਼ ਨੇ ਜੋ ਅਸੀਂ ਕਾਰਸ ਟਰੈਕਟਰਸ ਵਗੈਰਾ ਦੇ ਵਿੱਚ ਯੂਜ਼ ਕਰਦੇ ਹਾਂ, ਇਹ ਵੀ ਸੈੱਲਸ ਤੋਂ ਮਿਲ ਕੇ ਬਣੀਆਂ ਹੁੰਦੀਆਂ ਨੇ। ਤਾਂ ਨੈਕਸਟ ਅਸੀਂ ਦੇਖਦੇ ਹਾਂ, ਹੁਣ ਅਸੀਂ ਸਿੰਬਲਸ ਨੂੰ ਲਰਨ ਕੀਤਾ ਵੀ ਕਿਸ ਤਰ੍ਹਾਂ ਵੱਖ-ਵੱਖ ਸਿੰਬਲਸ ਨੇ ਤੇ ਕਿਸ ਤਰ੍ਹਾਂ ਕੀ ਹੈ ਬੈਟਰੀ ਬਣਦੀ ਹੈ, ਵੀ ਕਿਸ ਤਰ੍ਹਾਂ ਅਸੀਂ ਸੈੱਲਸ ਨੂੰ ਜੋ ਕਨੈਕਟ ਕਰਨਾ ਬੈਟਰੀ ਬਣਾਉਣ ਦੇ ਲਈ। ਤਾਂ ਨੈਕਸਟ ਦੇ ਵਿੱਚ ਅਸੀਂ ਦੇਖਦੇ ਹਾਂ ਤਾਂ ਇਹ ਦੇਖੋ ਧਿਆਨ ਨਾਲ ਤੁਹਾਨੂੰ ਇੱਕ ਇਲੈਕਟ੍ਰਿਕ ਸਰਕਟ ਦਿੱਤਾ ਗਿਆ ਹੈ ਇਹ ਵਾਲਾ। ਇਹਦੇ 'ਚ ਇਹਨਾਂ ਨੇ ਕੰਪੋਨੈਂਟਸ ਯੂਜ਼ ਕੀਤੇ ਨੇ। ਹੇਅਰ ਇਜ਼ ਅ ਸੈੱਲ, ਹੇਅਰ ਇਜ਼ ਅ ਬਲਬ ਐਂਡ ਹੇਅਰ ਇਜ਼ ਅ ਆਪਣੇ ਕੋਲ ਇਲੈਕਟ੍ਰਿਕ ਸਵਿਚ ਔਨ ਪੋਜੀਸ਼ਨ ਦੇ ਵਿੱਚ। ਤਾਂ ਇਸੇ ਨੂੰ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਸਿੰਬਲਸ ਦੇ ਵਿੱਚ। ਦੇਖੋ ਕਿੰਨਾ ਈਜ਼ੀ ਵੇ ਹੈ ਬਣਾਉਣ ਦਾ। ਨੀਚੇ ਦਿਖਾਇਆ ਗਿਆ ਹੈ ਆਹ ਵਾਲਾ। ਤਾਂ ਇਲੈਕਟ੍ਰਿਕ ਬਲਬ ਦੀ ਜਗ੍ਹਾ ਤੇ ਅਸੀਂ ਇਹ ਸਿੰਬਲ ਯੂਜ਼ ਕਰ ਲਿਆ। ਉਸ ਤੋਂ ਬਾਅਦ ਜੋ ਸਵਿਚ ਸੀਗੀ ਇਹ ਜੋ ਸਵਿਚ ਦਿੱਤੀ ਇਹਦੀ ਜਗ੍ਹਾ ਤੇ ਇਹ ਸਿੰਬਲ ਯੂਜ਼ ਕਰ ਲਿਆ। ਤੇ ਇਸ ਜੋ ਸੈੱਲ ਲੱਗਿਆ ਉਸ ਦੀ ਜਗ੍ਹਾ ਤੇ ਇਹ ਸਿੰਬਲ ਕੀ ਹੈ ਯੂਜ਼ ਕਰ ਲਿਆ। ਤੇ ਇਸ ਨੂੰ ਸਿੰਬਲਸ ਦੇ ਨਾਲ ਅਸੀਂ ਇਲੈਕਟ੍ਰਿਕ ਸਰਕਟ ਨੂੰ ਕੀ ਹੈ ਰਿਪਰੈਜ਼ੈਂਟ ਕਰ ਦਿੱਤਾ। ਤਾਂ ਇਸ ਨੂੰ ਧਿਆਨ ਨਾਲ ਦੇਖੋ, ਉੱਪਰਲੇ ਸਰਕਟ ਨੂੰ ਅਸੀਂ ਸਿੰਬਲ ਚਿੰਨ੍ਹਾਂ ਦੇ ਰੂਪ ਵਿੱਚ ਕੀ ਹੈ ਰਿਪਰੈਜ਼ੈਂਟ ਕੀਤਾ ਹੈ। ਸੋ ਇਹ ਵਾਲਾ ਕੀ ਆ ਗਿਆ ਆਪਣੇ ਕੋਲੇ ਇਲੈਕਟ੍ਰਿਕ
ਸਰਕਟਸ ਦਾ ਸਰਕਟ ਡਾਇਆਗ੍ਰਾਮ ਆਫ ਦਾ ਇਲੈਕਟ੍ਰਿਕ ਸਰਕਟ। ਤਾਂ ਉਸ ਤੋਂ ਬਾਅਦ ਇੱਕ ਸਰਕਟ ਡਾਇਆਗ੍ਰਾਮ ਇਹ ਵਾਲੀ ਹੈ। ਹੁਣ ਦੋਨੋਂ ਡਾਇਆਗ੍ਰਾਮਸ ਦੇ ਵਿੱਚ ਕੀ ਡਿਫਰੈਂਸ ਹੈ, ਦੇਖੋ ਦੋਨਾਂ ਦੇ ਵਿੱਚ ਬੱਲਬ ਵੀ ਯੂਜ਼ ਕੀਤਾ ਹੈ, ਸੈੱਲ ਵੀ ਯੂਜ਼ ਕੀਤਾ ਹੈ, ਇਲੈਕਟ੍ਰਿਕ ਸਵਿਚ ਵੀ ਯੂਜ਼ ਕੀਤੀ ਹੈ, ਬਟ ਇਹ ਵਾਲਾ ਕਲੋਜ਼ਡ ਸਰਕਟ ਹੈ ਕਿਉਂਕਿ ਇਹਦੇ 'ਚ ਦੀ ਕਰੰਟ ਕੀ ਹੈ, ਫਲੋ ਕਰ ਰਿਹਾ ਹੈ। ਬਟ ਦਿਸ ਇਜ਼ ਅ ਓਪਨ ਸਰਕਟ, ਇਹ ਓਪਨ ਇਲੈਕਟ੍ਰਿਕ ਸਰਕਟ ਹੈ। ਕਿਉਂ? ਕਿਉਂਕਿ ਇਹਦੇ ਵਿੱਚ ਜਿਹੜੀ ਸਵਿਚ ਹੈ ਦੈਟ ਇਜ਼ ਇਨ ਆਫ ਪੋਜੀਸ਼ਨ, ਸਵਿਚ ਦੀ ਪੋਜੀਸ਼ਨ ਕੀ ਹੈ, ਆਫ ਹੈ। ਇਸ ਕਰਕੇ ਕੀ ਹੈ ਇਹ ਬੱਲਬ ਇਹਦਾ ਗਲੋ ਨਹੀਂ ਕਰ ਰਿਹਾ, ਬੱਲਬ ਨਹੀਂ ਜਗ ਰਿਹਾ ਹੈਗਾ। ਆਈ ਹੋਪ ਯੂ ਵਿਲ ਅੰਡਰਸਟੈਂਡ। ਨਾਓ ਦ ਨੈਕਸਟ ਟੌਪਿਕ ਇਜ਼ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ। ਇਲੈਕਟ੍ਰਿਕ ਕਰੰਟ ਦਾ ਹੀਟਿੰਗ ਇਫੈਕਟ ਕੀ ਹੁੰਦਾ, ਮੈਂ ਤੁਹਾਨੂੰ ਪਹਿਲਾਂ ਵੈਸੇ ਦੱਸ ਦਿੰਦਾ। ਹੀਟਿੰਗ ਇਫੈਕਟ ਦੇ ਵਿੱਚ ਕੀ ਹੁੰਦਾ, ਤੁਸੀਂ ਦੇਖਿਓ ਵੀ ਜਦੋਂ ਕਦੇ ਅਸੀਂ ਬੱਲਬ ਨੂੰ ਲਗਾ ਦਿੰਦੇ ਹਾਂ ਉਦੋਂ ਕਾਫੀ ਟਾਈਮ ਤੱਕ ਚੱਲਦਾ ਰਹਿੰਦਾ ਤਾਂ ਉੱਪਰੋਂ ਕੀ ਹੋ ਜਾਂਦਾ, ਉਹ ਹੌਟ ਹੋ ਜਾਂਦਾ, ਗਰਮ ਹੋ ਜਾਂਦਾ। ਇਟ ਮੀਨਸ ਜੇ ਉਹਦੇ 'ਚ ਦੀ ਇਲੈਕਟ੍ਰਿਕ ਕਰੰਟ ਪਾਸ ਕਰ ਰਿਹਾ ਹੈ ਤਾਂ ਉਹ ਨਾਲ ਦੀ ਨਾਲ ਉਹਨੂੰ ਕੀ ਕਰ ਰਿਹਾ, ਹੀਟ ਕਰ ਰਿਹਾ। ਤਾਂ ਦੈਟ ਇਜ਼ ਦਾ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ। ਮੀਨਸ ਜੇ ਕਿਸੇ ਵੀ ਤਾਰ ਵਿੱਚ ਦੀ ਬਿਜਲੀ ਧਾਰਾ ਲੰਘਾਈ ਜਾਂਦੀ ਹੈ ਤਾਂ ਉਹ ਕੀ ਹੋ ਜਾਂਦੀ ਹੈ, ਗਰਮ ਹੋ ਜਾਂਦੀ ਹੈ। ਇੱਥੇ ਕੁਝ ਕੁ ਐਕਟੀਵਿਟੀਜ਼ ਦਿੱਤੀਆਂ ਨੇ, ਜਿਵੇਂ ਐਕਟੀਵਿਟੀ 14.3 ਦਿੱਤੀ ਹੈ। ਇਹਦੇ 'ਚ ਤੁਸੀਂ ਬੜਾ ਧਿਆਨ ਰੱਖਣਾ ਹੈ ਜੋ ਇਹ ਵਾਇਰ ਯੂਜ਼ ਕੀਤੀ ਗਈ ਹੈ, ਕਿਹੜੀ ਵਾਇਰ ਯੂਜ਼ ਕੀਤੀ ਹੈ, ਦੈਟ ਇਜ਼ ਅ ਨਾਈਕ੍ਰੋਮ ਵਾਇਰ। ਇਹਨੂੰ ਅੰਡਰਲਾਈਨ ਕਰ ਲਿਓ, ਇਹ ਬੜਾ ਸਿੱਖਣਾ ਵੀ ਨਾਈਕ੍ਰੋਮ ਵਾਇਰ ਯੂਜ਼ ਕੀਤੀ ਗਈ ਕਿਉਂਕਿ ਇਸ ਕਰੰਟ ਘੱਟ ਫਲੋ ਕਰਦਾ ਤੇ ਈਜ਼ੀਲੀ ਕੀ ਹੈ ਇਹ ਵਾਰਮ ਅਪ ਹੋ ਜਾਂਦੀ ਹੈ। ਤਾਂ ਇਸ ਦੇ ਵਿੱਚ ਜਦੋਂ ਕਰੰਟ ਪਾਸ ਕੀਤਾ ਜਾਂਦਾ, ਪਹਿਲਾਂ ਇਹ ਕੀ ਹੈ, ਕੋਲਡ ਹੁੰਦੀ ਹੈ, ਮਤਲਬ ਕਿ ਠੰਡੀ ਹੁੰਦੀ ਹੈ। ਜਦੋਂ ਇਸ ਦੇ ਵਿੱਚ ਦੀ ਕਰੰਟ ਪਾਸ ਕੀਤਾ ਜਾਂਦਾ ਹੈ ਤਾਂ ਜੇ ਅਸੀਂ ਇਸ ਨੂੰ ਹੱਥ ਲਗਾ ਕੇ ਮਹਿਸੂਸ ਕਰਦੇ ਹਾਂ ਕਰੰਟ ਪਾਸ ਕਰਨ ਤੋਂ ਕੁਝ ਸਮੇਂ ਬਾਅਦ, ਤਾਂ ਇਟ ਬਿਕਮਸ ਹੌਟ, ਇਹ ਕੀ ਹੈ, ਗਰਮ ਹੋ ਜਾਂਦੀ ਹੈ। ਤਾਂ ਇਹ ਵਾਲਾ ਤੁਸੀਂ ਯਾਦ ਰੱਖਣਾ ਵੀ ਨਾਈਕ੍ਰੋਮ ਵਾਇਰ। ਇੱਥੋਂ ਸਾਨੂੰ ਕੀ ਪਤਾ ਲੱਗਦਾ ਹੈ ਵੀ ਜਦੋਂ ਕਿਸੇ ਵੀ ਵਾਇਰ ਵਿੱਚ ਦੀ ਇਲੈਕਟ੍ਰਿਕ ਕਰੰਟ ਪਾਸ ਹੁੰਦਾ ਹੈ ਤਾਂ ਉਹ ਕੀ ਹੋ ਜਾਂਦੀ ਹੈ, ਹੀਟ ਹੋ ਜਾਂਦੀ ਹੈ, ਹੌਟ ਹੋ ਜਾਂਦੀ ਹੈ, ਗਰਮ ਹੋ ਜਾਂਦੀ ਹੈ। ਦਿਸ ਇਜ਼ ਕਾਲਡ ਦਾ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ। ਤਾਂ ਇਹਦੇ ਵਿੱਚ ਕਾਫੀ ਸਾਰੀਆਂ ਐਗਜ਼ਾਮਪਲਸ ਨੇ, ਕਾਫੀ ਸਾਰੇ ਐਪਲੀਐਂਸਸ ਨੇ ਜਿਹੜੇ ਅਸੀਂ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ ਦੇ ਯੂਜ਼ਰ ਨੇ, ਜਿਹੜੇ ਉਹਦੇ 'ਤੇ ਆਧਾਰਿਤ ਨੇ, ਜਿਹਨੂੰ ਅਸੀਂ ਵਰਤਦੇ ਹਾਂ। ਫਸਟ ਆਫ ਦਿਸ ਇਜ਼ ਐਨ ਇਲੈਕਟ੍ਰਿਕ ਹੀਟਰ। ਇਹ ਇਲੈਕਟ੍ਰਿਕ ਹੀਟਰ ਹੈ ਜੀ, ਦੇਖੋ। ਤਾਂ ਇਲੈਕਟ੍ਰਿਕ ਹੀਟਰ ਦੇ ਵਿੱਚ ਅਸੀਂ ਦੇਖਦੇ ਹਾਂ ਇਲੈਕਟ੍ਰਿਕ ਰੂਮ ਹੀਟਰ ਹੈ। ਇਹਦੇ ਵਿੱਚ ਐਲੀਮੈਂਟਸ ਲਗਾਏ ਨੇ ਜੋ ਗਲੋ ਕਰ ਰਹੇ ਨੇ, ਦੇਖੋ ਤਾਰ ਜੀ ਲਗਾਈ ਹੈ, ਇਹਨੂੰ ਅਸੀਂ ਐਲੀਮੈਂਟ ਕਹਿੰਦੇ ਹਾਂ। ਨਾਈਕ੍ਰੋਮ ਵਾਇਰ ਹੁੰਦੀ ਹੈ ਇਹ ਜੋ ਯੂਜ਼ ਕੀਤੀ ਗਈ ਹੈ। ਤਾਂ ਇਹ ਹੈ ਹੀਟਿੰਗ ਇਫੈਕਟ ਦੇ ਆਧਾਰਿਤ ਇਲੈਕਟ੍ਰਿਕ ਕਰੰਟ ਦੇ। ਇਸੇ ਤਰ੍ਹਾਂ ਹੀ ਦਿਸ ਇਜ਼ ਅ ਇਲੈਕਟ੍ਰਿਕ ਆਇਰਨ। ਇਲੈਕਟ੍ਰਿਕ ਆਇਰਨ ਮੀਨਸ ਪ੍ਰੈਸ ਦਿਖਾਈ ਗਈ ਹੈ ਜੋ ਵੀ ਕਿਹਦੇ ਆਧਾਰਿਤ ਹੁੰਦੀ, ਅਸੀਂ ਆਪਣੇ ਕੱਪੜਿਆਂ 'ਤੇ ਕਰਦੇ ਹਾਂ, ਉਹ ਵੀ ਕਿਹਦੇ ਆਧਾਰਿਤ ਹੁੰਦੀ ਹੈ, ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ 'ਤੇ। ਇਸ ਤੋਂ ਬਿਨਾਂ ਹੋਰ ਕਾਫੀ ਸਾਰੇ ਐਪਲੀਐਂਸਸ ਨੇ, ਕਾਫੀ ਸਾਰੇ ਬਿਜਲੀ ਦੇ ਯੰਤਰ ਨੇ ਜੋ ਕਿ ਹੀਟਿੰਗ ਇਫੈਕਟ 'ਤੇ ਆਧਾਰਿਤ ਨੇ, ਜਿਸ ਤਰ੍ਹਾਂ ਇਮਰਜਨ ਹੀਟਰਸ ਹੋ ਗਏ ਸਾਡੇ, ਹੌਟ ਪਲੇਟਸ ਹੋ ਗਈਆਂ, ਆਇਰਨ ਗੀਜ਼ਰਸ ਹੋ ਗਏ, ਜੋ ਆਇਰਨ ਵਾਲੇ ਗੀਜ਼ਰਸ ਨੇ ਉਹ ਹੋ ਗਏ ਆਪਣੇ ਕੋਲੇ। ਅਤੇ ਉਸ ਤੋਂ ਬਾਅਦ ਇਲੈਕਟ੍ਰਿਕ ਕੈਟਲਸ ਹੋ ਗਈਆਂ ਜਿਨ੍ਹਾਂ ਦੇ ਵਿੱਚ ਅਸੀਂ ਚਾਹ ਬਣਾਉਂਦੇ ਹਾਂ। ਹੇਅਰ ਡਰਾਈਜ਼ ਅਸੀਂ ਨਾਈਆਂ ਦੀ ਦੁਕਾਨ 'ਤੇ ਜਾ ਕੇ ਦੇਖਦੇ ਹਾਂ, ਉਹਨਾਂ ਕੋਲ ਹੁੰਦੇ ਨੇ, ਹੌਟ ਹੇਅਰ ਬਲੋ ਕਰਦੇ ਨੇ, ਉਹਨਾਂ ਦੇ ਵਿੱਚ ਕੀ ਹੀਟਿੰਗ ਐਲੀਮੈਂਟਸ ਲੱਗੇ। ਮਤਲਬ ਇਹ ਸਾਰੇ ਹੀ ਇਕਵਿਪਮੈਂਟਸ ਕਿਤੇ ਆਧਾਰਿਤ ਨੇ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ 'ਤੇ। ਜਿਸ ਤਰ੍ਹਾਂ ਇਹ ਦੇਖੋ ਨੈਕਸਟ ਮੇਨ ਇੰਪੋਰਟੈਂਟ ਦੈਟ ਇਜ਼ ਇਲੈਕਟ੍ਰਿਕ ਬੱਲਬ। ਇਹ ਗਲੋ ਕਰਦਾ ਹੈ ਇਲੈਕਟ੍ਰਿਕ ਬੱਲਬ। ਐਕਚੁਅਲੀ ਹੁੰਦਾ ਕਿ ਇਹਦੇ ਵਿੱਚ ਇਹ ਤਾਰ ਜੀ ਦਿਖਾਈ ਗਿਆ, ਦੇਖੋ ਬਿਲਕੁਲ ਜੋ ਵਿੱਚ ਵਾਲੀ ਹੈ, ਦੇਖਣ ਦੀ ਕੋਸ਼ਿਸ਼ ਕਰਨੀ ਹੈ। ਇਹ ਵਾਲਾ ਪਾਰਟ ਜੋ ਗਲੋ ਕਰ ਰਿਹਾ, ਦਿਸ ਇਜ਼ ਕਾਲਡ ਫਿਲਾਮੈਂਟ ਆਫ ਦਾ ਬੱਲਬ। ਆਪਾਂ 6th ਕਲਾਸ ਦੇ ਵਿੱਚ ਵੀ ਕੀਤਾ ਸੀਗਾ, ਇਹਨੂੰ ਫਿਲਾਮੈਂਟ ਕਹਿੰਦੇ ਨੇ। ਜਦੋਂ ਇਸ ਦੇ ਵਿੱਚ ਦੀ ਕਰੰਟ ਪਾਸ ਕਰਦਾ ਹੈ ਤਾਂ ਇਹ ਫਿਲਾਮੈਂਟ ਕੀ ਕਰਦਾ ਹੈ, ਹੀਟ ਹੌਟ ਹੋ ਜਾਂਦਾ, ਗਰਮ ਹੋ ਜਾਂਦਾ, ਗਰਮ ਹੋ ਕੇ ਚਮਕਣਾ ਸ਼ੁਰੂ ਕਰ ਦਿੰਦਾ, ਟੈਂਪਰੇਚਰ ਇਨਕਰੀਜ਼ ਹੋ ਜਾਂਦਾ ਤਾਂ ਇਹ ਗਲੋ ਕਰਦਾ। ਗਲੋ ਕਰਨ ਦੇ ਨਾਲ ਕੀ ਲਾਈਟ ਇਮਿਟ ਹੁੰਦੀ ਹੈ। ਤਾਂ ਇਲੈਕਟ੍ਰਿਕ ਬੱਲਬ ਵੀ ਕੀ ਹੈ, ਹੀਟਿੰਗ ਇਫੈਕਟ ਦਾ ਇੱਕ ਆਧਾਰਿਤ ਐਪਲੀਐਂਸ ਹੈ ਜਾਂ ਇੱਕ ਇਕਵਿਪਮੈਂਟ ਹੈ। ਇਸ ਤੋਂ ਬਿਨਾਂ ਹੁਣ ਇਹ ਇੱਕ ਨਵੇਂ ਅੱਜ ਕੱਲ੍ਹ ਅਸੀਂ ਟਿਊਬਸ ਵਗੈਰਾ ਯੂਜ਼ ਕਰਦੇ ਹਾਂ, ਜਿਸ ਤਰ੍ਹਾਂ ਇਹ ਫਲੋਰੋਸੈਂਟ ਟਿਊਬ ਦਿਖਾਈ ਗਈ ਹੈ ਅਤੇ CFL ਦਿਖਾਏ ਗਏ ਨੇ। ਅੱਜ ਕੱਲ੍ਹ ਇਹ ਯੂਜ਼ ਕਰਦੇ ਹਾਂ ਅਸੀਂ ਇਲੈਕਟ੍ਰਿਕ ਬੱਲਬ ਦੀ ਜਗ੍ਹਾ 'ਤੇ, ਕਿਉਂਕਿ ਇਲੈਕਟ੍ਰਿਕ ਬੱਲਬ ਹੌਟ ਨੇ ਅਤੇ ਇਲੈਕਟ੍ਰਿਸਿਟੀ ਨੂੰ ਜ਼ਿਆਦਾ ਕੰਜ਼ਿਊਮ ਕਰਦੇ ਨੇ। ਤਾਂ CFL ਦੀ ਤੁਸੀਂ ਫੁੱਲ ਫਾਰਮ ਲਰਨ ਕਰ ਲੈਣੀ ਹੈ, ਕੰਪੈਕਟ ਫਲੋਰੋਸੈਂਟ ਲੈਂਪ। ਦਿਸ ਇਜ਼ ਦਾ ਫੁੱਲ ਫਾਰਮ ਆਫ CFL। ਕਈ ਵਾਰ ਐਗਜ਼ਾਮ ਦੇ ਵਿੱਚ ਆ ਜਾਂਦੇ ਕੰਪੈਕਟ ਫਲੋਰੋਸੈਂਟ ਲੈਂਪ, ਤਾਂ ਇਹ ਤੁਸੀਂ ਲਰਨ ਕਰ ਲੈਣੀ ਹੈ। ਆਈ ਹੋਪ ਯੂ ਵਿਲ ਅੰਡਰਸਟੈਂਡ। ਨਾਓ ਦਾ ਨੈਕਸਟ ਅਸੀਂ ਦਿਖਾਇਆ, ਦੇਖੋ ਇੱਕ ਇਹ ਮੈਂ ਸਾਨੂੰ ਦਿਖਾਇਆ ਗਿਆ ਹੈ, ਵਾਟ ਇਜ਼ ਦਿਸ ਇਜ਼ ਐਨ ਇਲੈਕਟ੍ਰਿਕ ਫਿਊਜ਼। ਇਹ ਇਲੈਕਟ੍ਰਿਕ ਫਿਊਜ਼ ਦਿਖਾਇਆ ਗਿਆ ਜੋ ਘਰਾਂ ਦੇ ਵਿੱਚ ਵਰਤਿਆ ਜਾਂਦਾ ਹੈ। ਐਕਚੁਅਲੀ ਇਹ ਕੰਮ ਕੀ ਕਰਦਾ, ਇਹਦੇ ਵਿੱਚ ਇੱਕ ਵਾਇਰ ਲੱਗੀ ਹੁੰਦੀ ਹੈ, ਇੱਥੇ ਆ ਦੇਖੋ ਆ ਵਾਇਰ ਲੱਗੀ ਹੈ ਇੱਥੋਂ ਤੋਂ ਇੱਥੇ ਤੱਕ, ਠੀਕ ਹੈ। ਇਹ ਵਾਇਰ ਇੱਕ ਸਪੈਸ਼ਲ ਟਾਈਪ ਦੇ ਮਟੀਰੀਅਲਸ ਦੀ ਹੁੰਦੀ ਹੈ। ਤਾਂ ਇਹ ਕੀ ਕਰਦਾ, ਜਦੋਂ ਇਹ 'ਚ ਜ਼ਿਆਦਾ ਅਮਾਊਂਟ ਵਿੱਚ ਕਰੰਟ ਲੰਘਦਾ ਹੈ, ਕਈ ਵਾਰੀ ਅਸੀਂ ਦੇਖਦੇ ਹਾਂ ਸਾਡੇ ਘਰਾਂ ਦੇ ਵਿੱਚ ਬਿਜਲੀ ਜ਼ਿਆਦਾ ਆ ਜਾਂਦੀ ਹੈ, ਜਦੋਂ ਜ਼ਿਆਦਾ ਅਮਾਊਂਟ ਵਿੱਚ ਕਰੰਟ ਲੰਘਦਾ ਤਾਂ ਇਹ ਵਾਇਰ ਕੀ ਹੈ, ਮੈਲਟ ਕਰ ਜਾਂਦੀ ਹੈ ਅਤੇ ਸਰਕਟ ਸਾਡਾ ਕੀ ਹੈ, ਬ੍ਰੇਕ ਹੋ ਜਾਂਦਾ ਹੈ। ਜਿੰਨੇ ਸਾਡੇ ਬਾਕੀ ਐਪਲੀਐਂਸਸ ਨੇ ਉਹ ਕੀ ਨੇ, ਬਚ ਜਾਂਦੇ ਨੇ। ਤਾਂ ਇਹ ਵਾਲੀ ਜੋ ਡਾਇਗਰਾਮ ਦੀ ਇਹ ਵਾਲੀ ਜੋ ਪਿਕਚਰ ਹੈ ਇਹ ਇਲੈਕਟ੍ਰਿਕ ਫਿਊਜ਼ ਦੀ ਹੈ। ਤਾਂ ਇਲੈਕਟ੍ਰਿਕ ਫਿਊਜ਼ ਨੂੰ ਅਸੀਂ ਇੱਕ ਤਰ੍ਹਾਂ ਦਾ ਸੇਫਟੀ ਡਿਵਾਈਸ ਦੇ ਤੌਰ 'ਤੇ ਜਾਣਦੇ ਹਾਂ। ਅਕਸਰ ਪੇਪਰ 'ਚ ਪੁੱਛਿਆ ਜਾਂਦਾ ਐਗਜ਼ਾਮ ਵੀ ਹੇਠ ਲਿਖਿਆਂ ਵਿੱਚੋਂ ਕਿਹੜਾ ਸੇਫਟੀ ਡਿਵਾਈਸ ਹੈ, ਤਾਂ ਸੇਫਟੀ ਡਿਵਾਈਸ ਕਿਹੜਾ ਹੁੰਦਾ, ਦੈਟ ਇਜ਼ ਇਲੈਕਟ੍ਰਿਕ ਫਿਊਜ਼। ਜੋ ਫਿਊਜ਼ ਹੁੰਦਾ ਹੈ ਉਹਨੂੰ ਕੀ ਅਸੀਂ ਸੇਫਟੀ ਡਿਵਾਈਸ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਤਾਂ ਇਸ ਤੋਂ ਬਾਅਦ ਇਹ ਵੀ ਜੋ ਇਹ ਵਾਲੀ ਪਿਕਚਰ ਦਿਖਾਈ ਗਈ ਹੈ ਤੁਹਾਨੂੰ, ਦੇਖੋ ਇਹ ਅੱਜ ਕੱਲ੍ਹ ਜੋ ਸਾਡੇ ਐਪਲੀਐਂਸਸ ਆ ਗਏ, ਜਿਸ ਤਰ੍ਹਾਂ TVs ਆ ਗਏ, CDs ਆ ਗਈਆਂ, ਠੀਕ ਹੈ, ਸਾਡੇ LEDs ਆ ਗਈਆਂ,
ਤਾਂ ਉਹਨਾਂ ਦੇ ਵਿੱਚ ਇਸ ਟਾਈਪ ਦੇ ਕੀ ਅੱਜ ਕੱਲ੍ਹ ਇਲੈਕਟ੍ਰਿਕ ਫਿਊਜ਼ ਯੂਜ਼ ਕੀਤੇ ਜਾਂਦੇ ਨੇ। ਤਾਂ ਆਈ ਹੋਪ ਯੂ ਵਿਲ ਅੰਡਰਸਟੈਂਡ ਦਿਸ। ਨਾਓ ਦ ਨੈਕਸਟ ਟੌਪਿਕ ਤੇ ਆਪਾਂ ਆਉਂਦੇ ਹਾਂ। ਹੁਣ ਇਹ ਦੇਖੋ ਇਹ ਵੀ ਇੱਕ ਦਿਖਾਇਆ ਗਿਆ, ਦਿਸ ਇਜ਼ MCB, ਆਪਣੇ ਅਕਸਰ ਘਰਾਂ 'ਚ ਲੱਗਿਆ ਹੁੰਦਾ ਹੈ ਮੈਨੀਏਚਰ ਸਰਕਟ ਬ੍ਰੇਕਰ। ਅੱਜ ਕੱਲ੍ਹ ਇਹ ਲੱਗੇ ਹੋਏ ਨੇ ਸਵਿਚ ਉੱਪਰ ਨੂੰ ਅਸੀਂ ਕਰ ਦਿੰਦੇ ਹਾਂ, ਜਿਉਂ ਹੀ ਕਰੰਟ ਜ਼ਿਆਦਾ ਅਮਾਊਂਟ ਦੇ ਵਿੱਚ ਫਲੋ ਕਰਦਾ ਹੈ ਤਾਂ ਸਵਿਚ ਕੀ ਹੈ ਇਹ ਆਫ ਹੋ ਜਾਂਦੀ ਹੈ, ਡਾਊਨ ਹੋ ਜਾਂਦੀ ਹੈ। ਤਾਂ ਇਹ ਵੀ ਕੀ ਹੈ ਇੱਕ ਇਲੈਕਟ੍ਰਿਕ ਸੇਫਟੀ ਡਿਵਾਈਸ ਦੇ ਤੌਰ ਤੇ ਇਲੈਕਟ੍ਰਿਕ ਫਿਊਜ਼ ਦੀ ਤਰ੍ਹਾਂ ਵਰਕ ਕਰਦਾ ਹੈ। ਤਾਂ ਉਸ ਤੋਂ ਬਾਅਦ ਆਈ ਹੋਪ ਯੂ ਵਿਲ ਅੰਡਰਸਟੈਂਡ ਦਾ ਹੀਟਿੰਗ ਇਫੈਕਟ ਆਫ ਦਾ ਇਲੈਕਟ੍ਰਿਕ ਕਰੰਟ। ਹੀਟਿੰਗ ਇਫੈਕਟ ਬਾਰੇ ਤੁਸੀਂ ਸਮਝ ਗਏ ਹੋਵੋਗੇ। ਨਾਓ ਦਾ ਨੈਕਸਟ ਸੈਕੰਡ ਟੌਪਿਕ ਇਜ਼ ਦਾ ਮੈਗਨੈਟਿਕ ਇਫੈਕਟ ਆਫ ਦਾ ਇਲੈਕਟ੍ਰਿਕ ਕਰੰਟ। ਦੋਨੋਂ ਟੌਪਿਕ ਆਪਾਂ ਪੜ੍ਹਨੇ ਨੇ, ਹੀਟਿੰਗ ਇਫੈਕਟ ਐਂਡ ਮੈਗਨੈਟਿਕ ਇਫੈਕਟ ਆਫ ਦਾ ਇਲੈਕਟ੍ਰਿਕ ਕਰੰਟ। ਤਾਂ ਮੈਗਨੈਟਿਕ ਇਫੈਕਟ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਦੇਖਦੇ ਇੱਕ ਐਕਟੀਵਿਟੀ ਕੀਤੀ ਗਈ ਹੈ। ਇਹ ਕੋਈ ਤੁਹਾਡੇ ਕੋਲੇ ਮੈਚ ਸਟਿਕ ਦੀ ਬਾਕਸ ਲਿਆ ਗਿਆ, ਡੱਬੀ ਲਈ ਗਈ ਸਿੱਖਾਂ ਵਾਲੀ, ਉਹਦੇ ਵਿੱਚ ਕੱਟ ਕਰਕੇ ਇੱਕ ਕੀ ਲਗਾਈ ਗਈ ਹੈ ਮੈਗਨੈਟਿਕ ਕੰਪਾਸ। ਮੈਗਨੈਟਿਕ ਕੰਪਾਸ ਤੁਹਾਨੂੰ ਪਤਾ ਛੋਟੀ ਜੀ ਜੋ ਇੱਕ ਮੈਗਨੇਟ ਦੀ ਤਰ੍ਹਾਂ ਟਾਈਨੀ ਮੈਗਨੇਟ ਹੁੰਦਾ ਹੈ। ਤੇ ਉਸ ਤੋਂ ਬਾਅਦ ਇਸ ਨੂੰ ਕਨੈਕਟ ਕੀਤਾ ਗਿਆ ਬੈਟਰੀ ਨਾਲ, ਸਰਕਟ ਨਾਲ ਵਗੈਰਾ ਲਗਾ ਕੇ। ਤਾਂ ਜਿਉਂ ਹੀ ਅਸੀਂ ਸਵਿਚ ਔਨ ਕਰਦੇ ਹਾਂ ਇਸਦੀ, ਤਾਂ ਅਸੀਂ ਕੀ ਵੇਖਦੇ ਹਾਂ, ਜੋ ਮੈਗਨੈਟਿਕ ਨੀਡਲ ਹੈ ਇਟ ਸ਼ੋਜ਼ ਡਿਫਲੈਕਸ਼ਨ। ਤਾਂ ਇਹ ਕੀ ਕਰਦੀ ਹੈ, ਡਿਫਲੈਕਸ਼ਨ ਸ਼ੋ ਕਰਦੀ ਹੈ, ਆਪਣੀ ਜਗ੍ਹਾ ਤੋਂ ਹਿੱਲ ਜਾਂਦੀ ਹੈ। ਤੇ ਜਿਉਂ ਅਸੀਂ ਸਵਿਚ ਫਿਰ ਆਫ ਕਰਾਂਗੇ ਇਟ ਅਗੇਨ ਸ਼ੋਜ਼ ਡਿਫਲੈਕਸ਼ਨ ਐਂਡ ਕਮਸ ਬੈਕ ਟੂ ਅਗੇਨ ਨਾਰਥ ਸਾਊਥ ਡਾਇਰੈਕਸ਼ਨ, ਨਾਰਥ ਸਾਊਥ ਡਾਇਰੈਕਸ਼ਨ ਦੇ ਵਿੱਚ ਆ ਜਾਂਦੀ ਹੈ। ਤਾਂ ਅਸੀਂ ਕੀ ਦੇਖਿਆ ਵੀ ਜਦੋਂ ਕਰੰਟ ਪਾਸ ਕਰਦੇ ਹਾਂ ਅਸੀਂ ਤਾਂ ਇਹ ਡਿਫਲੈਕਟ ਹੋ ਰਹੀ ਹੈ। ਇਟ ਮੀਨਸ ਜਿਹੜੀ ਵਾਇਰ ਹੈ ਉਹਦੇ ਆਲੇ ਦੁਆਲੇ ਕੀ ਪੈਦਾ ਹੋ ਰਹੀ ਹੈ, ਮੈਗਨੈਟਿਕ ਫੀਲਡ ਪੈਦਾ ਹੋ ਰਹੀ ਹੈ। ਇਹ ਸਾਰਾ ਕੁਝ ਸਾਨੂੰ ਪਹਿਲਾ ਸਾਇੰਟਿਸਟ ਜਿਹਨੇ ਪਤਾ ਲਗਾਇਆ ਸੀ ਦੈਟ ਇਜ਼ ਹਾਂਸ ਕ੍ਰਿਸਚੀਅਨ ਔਸਟਰਡ ਨੇ ਪਤਾ ਲਗਾਇਆ ਸੀ। ਇਹਦੇ ਬਾਰੇ ਆਪਾਂ ਅੱਗੇ ਪੜ੍ਹਦੇ ਹਾਂ, ਦੇਖ ਲਓ ਕੀ ਹੁੰਦਾ ਫਿਰ। ਤਾਂ ਇਟ ਮੀਨਸ ਕੀ ਹੈ, ਇਹਦੇ ਵਿੱਚ ਕੀ ਹੁੰਦਾ ਵੀ ਵੈਨ ਇਲੈਕਟ੍ਰਿਕ ਕਰੰਟ ਪਾਸਿਸ ਥਰੂ ਦਾ ਵਾਇਰ ਇਟ ਬਿਹੇਵਸ ਲਾਈਕ ਅ ਮੈਗਨੇਟ। ਜਦੋਂ ਇੱਕ ਤਾਰ ਦੇ ਵਿੱਚ ਦੀ ਇਲੈਕਟ੍ਰਿਕ ਕਰੰਟ ਬਿਜਲੀ ਧਾਰਾ ਗੁਜ਼ਾਰੀ ਜਾਂਦੀ ਹੈ ਤਾਂ ਇਹ ਇੱਕ ਮੈਗਨੇਟ ਦੀ ਤਰ੍ਹਾਂ ਇਹ ਜਿਹੜੀ ਵਾਇਰ ਆ ਬਿਹੇਵ ਕਰਦੀ ਹੈ। ਸੋ ਇਸ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਆਪਣੇ ਕੋਲੇ ਮੈਗਨੈਟਿਕ ਇਫੈਕਟਸ ਆਫ ਇਲੈਕਟ੍ਰਿਕ ਕਰੰਟ ਅਸੀਂ ਇਸ ਨੂੰ ਕਹਿ ਦਿੰਦੇ ਹਾਂ। ਆਈ ਹੋਪ ਯੂ ਵਿਲ ਅੰਡਰਸਟੈਂਡ। ਤਾਂ ਇਹਦੇ ਤੇ ਕਿਹੜੇ ਕਿਹੜੇ ਜੋ ਇਕਵਿਪਮੈਂਟਸ ਨੇ ਆਧਾਰਿਤ ਨੇ ਮੈਗਨੈਟਿਕ, ਫਸਟ ਜਾਂ ਇਲੈਕਟ੍ਰੋਮੈਗਨੈਟ। ਇਲੈਕਟ੍ਰੋਮੈਗਨੈਟ ਦੇ ਵਿੱਚ ਕੀ ਹੈ ਤੁਹਾਨੂੰ ਦੇਖੋ ਇਲੈਕਟ੍ਰੋਮੈਗਨੈਟਿਕ ਬਣਾ ਕੇ ਦਿਖਾਇਆ ਗਿਆ ਹੈ। ਆਪਾਂ ਤੁਹਾਨੂੰ ਐਕਟੀਵਿਟੀਜ਼ ਵੀ ਕਰਵਾਉਣੀਆਂ ਇਹ। ਦਿਸ ਇਜ਼ ਆ ਨੇਲ, ਆਇਰਨ ਨੇਲ ਲੈ ਲਓ, ਇਸ ਦੇ ਉੱਪਰ ਕਾਪਰ ਵਾਇਰ ਨੂੰ ਕੀ ਆ ਵਾਈਂਡ ਕੀਤਾ ਗਿਆ ਹੈ ਔਰ ਰੈਪ ਕੀਤਾ ਗਿਆ ਹੈ ਰਪੇਟਿਆਂ ਦੇ ਰੂਪ ਵਿੱਚ। ਤੇ ਇੱਥੋਂ ਇਸ ਨੂੰ ਕਿਹਦੇ ਨਾਲ ਕਨੈਕਟ ਕੀਤਾ ਬੈਟਰੀ ਨਾਲ। ਤਾਂ ਅਸੀਂ ਕੀ ਵੇਖਦੇ ਹਾਂ, ਜਦੋਂ ਅਸੀਂ ਸਵਿਚ ਔਨ ਕਰਦੇ ਹਾਂ ਤਾਂ ਇਹ ਇਲੈਕਟ੍ਰਿਕ ਪਿੰਸ ਜਾਂ ਆਇਰਨ ਨੇਲਸ ਨੂੰ ਕੀ ਕਰਦਾ, ਆਪਣੇ ਵੱਲ ਅਟਰੈਕਟ ਕਰਦਾ। ਇਟ ਬਿਹੇਵਸ ਲਾਈਕ ਅ ਮੈਗਨੇਟ, ਇਹ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦਾ ਹੈ। ਜਦੋਂ ਸਵਿਚ ਅਸੀਂ ਆਫ ਕਰ ਦਿੰਦੇ ਹਾਂ ਤਾਂ ਇਹ ਕਰਦੀ ਕੀ ਹੈ, ਜਿਹੜੀ ਮੈਗਨੈਟਿਕ ਪਾਵਰ ਆ ਉਹ ਕੀ ਹੈ ਲੂਜ਼ ਕਰ ਜਾਂਦਾ ਹੈ। ਇਸ ਨੂੰ ਕਹਿੰਦੇ ਨੇ ਇਲੈਕਟ੍ਰਿਕ ਮੈਗਨੇਟ ਕਹਿੰਦੇ ਨੇ। ਤਾਂ ਇਹ ਕਾਫੀ ਸਾਰੇ ਯੂਜ਼ ਕਰਦੇ, ਕਿਤੇ ਯੂਜ਼ ਕੀਤਾ ਜਾਂਦਾ ਹੈ, ਕ੍ਰੇਨਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਟੂ, ਜਿਵੇਂ ਆਪਾਂ ਕਹਿੰਦੇ ਵੀ ਜ਼ਿਆਦਾ ਹੈਵੀ ਜਿਹੜੇ ਲੋਡਸ ਨੇ, ਜਾਂ ਜਿਵੇਂ ਆਪਾਂ ਕਹਿੰਦੇ ਵੀ ਆਇਰਨ ਦੇ ਜ਼ਿਆਦਾ ਭਾਰੀ ਮਸ਼ੀਨਾਂ ਇਹਨਾਂ ਨੂੰ ਚੱਕਣ ਲਈ ਯੂਜ਼ ਕੀਤਾ ਜਾਂਦਾ ਹੈ। ਇਸ ਤੋਂ ਬਿਨਾਂ ਇਹਨੂੰ ਡਾਕਟਰਸ ਦੁਆਰਾ ਵੀ ਕੁਝ ਯੂਜ਼ ਕੀਤਾ ਜਾਂਦਾ, ਜਿਸ ਤਰ੍ਹਾਂ ਸਾਡੀ ਆਈਜ਼ ਦੇ ਵਿੱਚ ਕਈ ਵਾਰੀ ਜ਼ਿਆਦਾ ਕੋਈ ਲੋਹੇ ਦੀ ਚੀਜ਼, ਕੋਈ ਕਣ ਵਗੈਰਾ ਪੈ ਜਾਂਦੇ ਤਾਂ ਉਸ ਤੋਂ ਬਾਹਰ ਕੱਢਣ ਲਈ ਡਾਕਟਰ ਇਸ ਨੂੰ ਯੂਜ਼ ਕਰਦੇ ਨੇ। ਤਾਂ ਇਹਨੂੰ ਤੁਸੀਂ ਸਮਝ ਗਏ ਹੋਵੋਗੇ। ਹੁਣ ਆਪਾਂ ਨੈਕਸਟ ਹੈ ਇਹਦੀ ਜਿਹੜੀ ਐਪਲੀਕੇਸ਼ਨ ਹੈ ਮੈਗਨੈਟਿਕ ਇਫੈਕਟ ਆਫ ਇਲੈਕਟ੍ਰਿਕ ਕਰੰਟ ਦੀ, ਦੈਟ ਇਜ਼ ਇਲੈਕਟ੍ਰਿਕ ਬੈਲ। ਇਲੈਕਟ੍ਰਿਕ ਬੈਲ ਦੇ ਵਿੱਚ ਇਹ ਕੀ ਹੈ ਯੂਜ਼ ਕੀਤਾ ਜਾਂਦਾ ਹੈ, ਜੋ ਅਸੀਂ ਵਰਤਦੇ ਹਾਂ। ਅੱਜ ਤੁਹਾਨੂੰ ਇਲੈਕਟ੍ਰਿਕ ਬੈਲ ਦੇ ਬਾਰੇ ਦਿਖਾਉਣੇ, ਇਲੈਕਟ੍ਰਿਕ ਬੈਲ ਕੈਸੀ ਹੁੰਦੀ ਹੈ। ਇਹ ਦੇਖੋ ਇਹ ਵਾਲੀ ਪਿਕਚਰ ਇਲੈਕਟ੍ਰਿਕ ਬੈਲ ਦੀ ਹੈ। ਫਸਟ ਆਫ ਆਲ ਇਹਦੇ ਕੰਪੋਨੈਂਟਸ ਨੂੰ ਸਮਝ ਲਿਓ ਧਿਆਨ ਨਾਲ। ਤਾਂ ਇਹ ਸੌਫਟ ਆਇਰਨ ਕੋਰ ਰੋਡਸ ਦੇ ਉੱਪਰ ਇੱਕ ਤਰ੍ਹਾਂ ਦੀ ਆਇਰਨ ਵਾਇਰ, ਕਾਪਰ ਵਾਇਰ ਲਪੇਟੀ ਗਈ ਹੈ। ਤਾਂ ਇਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਦੈਟ ਇਜ਼ ਕਾਲਡ ਕੋਇਲ ਔਰ ਇਟ ਬਿਹੇਵਸ ਲਾਈਕ ਅ ਮੈਗਨੇਟ। ਇਲੈਕਟ੍ਰੋਮੈਗਨੇਟ ਦੇ ਬਾਰੇ ਅਸੀਂ ਇਹਨੂੰ ਕਹਿੰਦੇ ਹਾਂ, ਇਹ ਵਾਲਾ ਪਾਰਟ ਦੈਟ ਇਜ਼ ਇਲੈਕਟ੍ਰੋਮੈਗਨੇਟ। ਉਸ ਤੋਂ ਬਾਅਦ ਇਹ ਸਟ੍ਰਿਪ ਲੱਗੀ ਹੈ, ਸਟ੍ਰਿਪ ਦੇ ਉੱਪਰ ਇਹ ਵਾਲਾ ਲੱਗੀ ਹੈ ਛੋਟੀ ਜਿਹੀ ਗੋਲੀ, ਦੈਟ ਇਜ਼ ਕਾਲਡ ਹੈਮਰ। ਹੈਮਰ ਤੋਂ ਬਾਅਦ ਇਹ ਵਾਲੀ ਜੋ ਸਾਈਕਲ ਦੀ ਟੱਲੀ ਹੁੰਦੀ ਹੈ ਜਿਸ ਤਰ੍ਹਾਂ ਸਾਡਾ ਇਹ ਲੱਗਿਆ, ਦੈਟ ਇਜ਼ ਕਾਲਡ ਗੋਂਗ, ਨੂੰ ਅਸੀਂ ਗੋਂਗ ਕਹਿ ਦਿੰਦੇ ਹਾਂ। ਤਾਂ ਆਈ ਹੋਪ ਇਸ ਵਰਕ ਕਿਸ ਤਰ੍ਹਾਂ ਕਰਦੀ ਅੱਜ ਤੁਹਾਨੂੰ ਸਮਝਾਉਣੇ ਆ। ਜਦੋਂ ਸਰਕਟ ਕੰਪਲੀਟ ਹੁੰਦਾ ਹੈ ਤਾਂ ਇਸ ਦੇ ਵਿੱਚ ਕੀ ਆ ਜਾਂਦੀ ਹੈ, ਜਦੋਂ ਸਰਕਟ ਕੰਪਲੀਟ ਹੋਊਗਾ ਸਾਰਾ, ਤਾਂ ਦਿਸ ਮੈਗਨੇਟ ਆਹ ਵਾਲਾ ਇਲੈਕਟ੍ਰੋਮੈਗਨੇਟ ਆਹ ਵਾਲਾ ਹੈ, ਇਸ ਦੀ ਇਹ 'ਚ ਮੈਗਨੈਟਿਕ ਫੀਲਡ ਪੈਦਾ ਹੋ ਜਾਂਦੀ। ਤਾਂ ਇਸ ਹੈਮਰ ਨੂੰ ਇਹ ਆਪਣੇ ਵੱਲ ਖਿੱਚਦਾ ਹੈ। ਦੇਖੋ ਇੱਥੋਂ ਇਹ ਆਪਣੇ ਵੱਲ ਖਿੱਚਦਾ ਹੈ। ਜਦੋਂ ਇਹ ਆਪਣੇ ਵੱਲ ਖਿੱਚਦਾ ਹੈ ਤਾਂ ਜੋ ਇਹ ਹੈਮਰ ਹੈ ਇਹ ਜਾ ਕੇ ਸਟਰਕ ਕਰਦਾ ਹੈ ਗੋਂਗ ਨਾਲ। ਜਦੋਂ ਸਟਰਕ ਕਰਦਾ ਹੈ ਤਾਂ ਸਾਊਂਡ ਪ੍ਰੋਡਿਊਸ ਹੋਊਗੀ। ਤਾਂ ਇੱਧਰੋਂ ਕੀ ਹੁੰਦਾ, ਜੋ ਪੇਚ ਲੱਗਿਆ ਹੈ ਇਸ ਦੇ ਨਾਲ ਕੀ ਸਰਕਟ ਬ੍ਰੇਕ ਹੋ ਜਾਂਦਾ ਹੈ। ਸਰਕਟ ਬ੍ਰੇਕ ਹੋ ਗਿਆ ਤਾਂ ਅਗੇਨ ਜਿਹੜੀ ਮੈਗਨੈਟਿਕ ਫੀਲਡ 'ਚ ਪੈਦਾ ਹੋਈ ਸੀਗੀ ਜਾਂ ਮੈਗਨੈਟਿਕ ਪਾਵਰ ਪੈਦਾ ਹੋਈ ਸੀ ਉਹ ਲੂਜ਼ ਹੋ ਜਾਂਦੀ ਹੈ। ਤਾਂ ਜਿਹੜਾ ਹੈਮਰ ਆ ਉਹ ਅਗੇਨ ਆਪਣੀ ਬੈਕ ਉਸੇ ਪੋਜੀਸ਼ਨ ਵਿੱਚ ਚਲਾ ਜਾਂਦਾ ਹੈ ਤੇ ਅਗੇਨ ਜਾ ਕੇ ਉਸ ਜੋ ਸਾਡਾ ਸਕਰੀਊ ਲੱਗਿਆ ਹੈ ਉਸ ਨਾਲ ਕੀ ਟੱਚ ਕਰਦਾ ਹੈ। ਅਗੇਨ ਸਰਕਟ ਕੀ ਹੋ ਜਾਂਦਾ ਹੈ, ਕੰਪਲੀਟ ਹੋ ਜਾਂਦਾ ਹੈ। ਤਾਂ ਫਿਰ ਇਹ ਜਿਹੜਾ ਮੈਗਨੇਟ ਹੈ ਇਸ ਨੂੰ ਆਪਣੇ ਵੱਲ ਖਿੱਚਦਾ ਹੈ। ਜਿਉਂ ਹੀ ਇਹਨੂੰ ਆਪਣੇ ਵੱਲ ਖਿੱਚਦਾ ਹੈ ਤਾਂ ਦਿਸ ਹੈਮਰ ਸਟ੍ਰਾਈਕਸ ਵਿਦ ਦਾ ਗੋਂਗ, ਇਸ ਟੱਲੀ ਤੇ ਜਾ ਕੇ ਟਕਰਾਉਂਦਾ ਹੈ। ਤਾਂ ਇਹ ਫਿਰ ਵਾਪਸ ਪੋਜੀਸ਼ਨ ਦੇ ਵਿੱਚ ਚਲਾ ਜਾਂਦਾ ਹੈ ਕਿਉਂਕਿ ਸਰਕਟ ਕੀ ਹੈ
ब्रेक हो जाता है तो इस तरह की है इलैक्ट्रिक जो साडी बैल है वर्क करती है। तुसीं इसनूं पढ़ना है, बड़े ध्यान नाल समझण की कोशिश करनी है। तो उस तो बाद अगे आपां देखांगे कुछ क्वेश्चन आंसर करने की कोशिश करते हैं। आजो देखिए कुछ क्वेश्चन आंसर ने। देखो पहला एक्सरसाइज दे विच असीं दिता वा ये वाला सैकंड नंबर क्वेश्चन, ये तुहानूं डायग्राम दित्ती गई, एक सर्किट दिता गया है, इसनूं तुसीं सर्किट डायग्राम बनाउणी है इसकी। तो सर्किट डायग्राम बनाउण लई देखो सैल की जगह ते असीं सैल यूज़ कर लिया, नैगेटिव टर्मिनल बल्ब की जगह ते बल्ब यूज़ कर लिया, तो स्विच स्विच की पोजीशन जरूर देखनी तुसीं ध्यान नाल भी ओपन स्विच है जां क्लोज्ड स्विच है, मीन ऑन है जां ऑफ है, तो ये दसना। उस तो बाद क्वेश्चन नंबर थर्ड दे विच दस्सिआ भी इसनूं तुसीं किस टाइप नाल जोड़ना है कि बैटरी बन जाए। तो बैटरी बन लई असीं देखदे हां, कोशिश करते हैं। देखो पॉजिटिव टर्मिनल इधर आ गया, ए दा नैगेटिव टर्मिनल दूसरे सैल दे पॉजिटिव टर्मिनल असीं कनैक्ट करता, ये वाला देखो। उस तो बाद ये नैगेटिव टर्मिनल है ये वाला, तो ये पॉजिटिव टर्मिनल इत्थे कनैक्ट करांगे। उस तो बाद आ गया जी अपने कोले ए वाला, ਇਹਦਾ ਨੈਗੇਟਿਵ टर्मिनल ਇਹਦੇ पॉजिटिव टर्मिनल कनैक्ट करांगे, तो इस वे नाल की है इट बिकम्स अ बैटरी। तो हमेशा याद रखना है पॉजिटिव नैगेटिव टर्मिनल कनैक्ट करना है। क्वेश्चन नंबर 4 ਦੇ ਵਿੱਚ देखो बल्ब गलो नहीं कर रहा, वेयर इज़ द मिस्टेक, की इत्थे कोई तुहानूं गलती लगती है भी कित्थे मिस्टेक है। यस देयर इज़ अ मिस्टेक इन द कनैक्शन ऑफ सैल्स, जे सैल्स दे देखो रोंग वे नाल कनैक्ट कीते ने, पॉजिटिव नूं पॉजिटिव नाल कनैक्ट कीता है, दैट्स वाई द बल्ब इज़ नॉट ग्लोइंग। सो इत्थे मिस्टेक है जिहड़ी बैटरी दे सैल्स ने दैट आर नॉट कनैक्टेड प्रॉपरली। ਹੁਣ ਦਾ ਨੈਕਸਟ ਦੇ ਵਿੱਚ ਅਸੀਂ ਦੇਖਦੇ ਹਾਂ ਕੁਝ ਕੁ ਫਿਲਅਪਸ ਨੇ ਸਾਡੇ ਕੋਲ 8 ਦੇ ਵਿੱਚ। ਜਿਹੜੀ ਲੌਂਗਰ ਲਾਈਨ ਹੁੰਦੀ ਹੈ ਸਿੰਬਲ ਆਫ ਦਾ ਸੈੱਲ ਕਿਹਨੂੰ ਰਿਪਰੈਜ਼ੈਂਟ ਕਰਦਾ, ਦੈਟ ਇਜ਼ ਪੋਜ਼ਿਟਿਵ ਟਰਮੀਨਲ। ਦ ਕੰਬੀਨੇਸ਼ਨ ਆਫ 2 ਔਰ ਮੋਰ ਸੈੱਲ, ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਸੈੱਲ ਆਪਸ ਵਿੱਚ ਕੰਬਾਈਨ ਹੁੰਦੇ ਨੇ, ਜੁੜਦੇ ਨੇ, ਤਾਂ ਕੀ ਬਣਦੀ ਹੈ ਸਾਡੇ ਕੋਲੇ ਬੈਟਰੀ ਬਣਦੀ ਹੈ ਜੀ। ਉਸ ਤੋਂ ਬਾਅਦ ਕੀ ਕਰਦਾ ਬੈਨ ਦਾ ਕਰੰਟ ਸਵਿਚਡ ਆਪਣੇ ਕੋਲੇ ਔਨ ਕਰ ਲੈਂਦੇ ਹਾਂ ਅਸੀਂ रूम हीटर की, तो करना इट ग्लोज, वो चमकना शुरू कर देता है। तो जो सेफ्टी डिवाइस है असी यूज़ करते हैं इलैक्ट्रिक करंट के कहने इलैक्ट्रिक फ्यूज़ में असी सेफ्टी डिवाइस के तौर पर यूज़ करते हैं। इस तरह टू मेक अ बैटरी ऑफ 2 सैल्स, नैगेटिव टर्मिनल ऑफ द सैल कनैक्टेड टू द नैगेटिव टर्मिनल दैट इज फॉल्स, ए ट्रू फॉल्स। 9th वाले बी आ गया अपने को भी इलैक्ट्रिक करंट है थ्रू द फ्यूज़ एक्सीड्स टू सर्टन लिमिट्स द फ्यूज़ वायर मेल्ट्स एंड ब्रेक्स, इट्स ट्रू। जो ज़्यादा अमाउंट के होगा तो फ्यूज़ वायर की हो जाती है, मेल्ट हो जाती है। एंड इलैक्ट्रोमैग्नेट डज नॉट अट्रैक्ट द पीस ऑफ आयरन, आयरन तो अट्रैक्ट करता ही आप देखे थे आयरन, दैट इज अ फॉल्स। एन इलैक्ट्रिक बैल हैज़ एन इलैक्ट्रोमैग्नेट, की इलैक्ट्रिक बैल दे विच एक इलैक्ट्रोमैग्नेट होंदा है, इट्स ट्रू। तो इसका आंसर की है जी ट्रू है। इस तो बाद ये वाला तुहानूं क्वेश्चन नंबर 13 दिखाया गया है। 13 दे विच तुसीं देखना है ये डायग्राम दी गई है। हुण इहदे विच की कह रहे ने वो भी जो स्विच ऑफ की पोजीशन है कि ये कोई बल्ब ABC 3 बल्ब जिस यूज किए कि कोई बल्ब ग्लो करेगा, तो आंसर इज आएगा नो। वाई आंसर नो क्यों आएगा, क्योंकि देखो जो स्विच ऑफ है तो जो सर्किट है वो कंप्लीटली की है ब्रेक होया है, किसी भी तरह का करंट कोई की नहीं फ्लो कर रहा है। तो उस तो बाद जे असीं इसनूं ऑन करते हैं तो तीनों बल्ब इकट्ठे ही ਚੱਲਣਗੇ, ਸਿਮਲਟੇਨੀਅਸਲੀ ਕੀ ਹੈ ਇਹ ਗਲੋ ਕਰਨਗੇ। आई होप यू विल अंडरस्टैंड दिस चैप्टर। थैंक यू वेरी मच।